रहमान रहीम अस्सलाम वालेकुम वीवर तुसीं देख रहे डेली व्लॉग्स। उम्मीद करने सारे भरा ठीक होणगे। अलहमदुलिल्लाह अल्लाह पाक ਦਾ ਸ਼ੁਕਰ ਅਸੀਂ ਵੀ ਠੀਕ ਆ ਜੀ। ਵੀਵਰ ਜਿਵੇਂ ਤੁਸੀਂ ਕੱਲ ਦਾ ਵੀਡੀਓ ਵੇਖੀਏ ਵਲੌਗ ਵੇਖਿਆ ਸਾਡਾ ਕਿ ਅਸੀਂ ਇੱਕ ਬੰਦੇ ਕੋਲ ਰਹਿائش ਲਈ ਹੈ, ਠੀਕ ਹੈ। ਉੱਥੋਂ ਅਸੀਂ ਸਵੇਰ ਦੇ ਅਸੀਂ ਆਪਣੇ ਸਫ਼ਰ ਤੇ ਨਿਕਲੇ ਆ, ਮੈਂ ਔਰ ਮੌਸਮ, ਤੁਹਾਨੂੰ ਪਤਾ ਮਤਲਬ ਮੌਸਮ ਮੇਰੇ ਨਾਲ ਹੈ। ਅਸੀਂ ਦੋਵੇਂ ਬੰਦੇ ਨਿਕਲੇ ਆ ਸਵੇਰ ਦੇ, ਸਾਨੂੰ ਸਫ਼ਰ ਕਰਦੇ ਆ। ਇਸ ਟਾਈਮ ਅਸੀਂ ਇੱਕ ਬਸਤੀ ਦੇ ਕੋਲ ਪਹੁੰਚੇ ਆ, ਯਾਨੀ ਕਿ ਇਹ ਮੌਸਮ ਮੇਰੇ ਖਿਆਲ ਬਰੂਨ ਦੇ ਵਿੱਚ ਵੇਖ ਲਾ ਹਰ ਪਾਸੇ ਕੋਈ ਯਾਨੀ ਕਿ ਕੋਈ ਜੰਗਲ ਹੀ ਜੰਗਲ ਹੈ ਜਿੱਥੇ ਵੀ, ਤੇ ਇੱਥੇ ਸਿਰਫ ਇੱਕ ਘਰ ਯਾਨੀ ਕਿ ਉਹ ਸਾਹਮਣੇ ਨਜ਼ਰ ਆ ਰਿਹਾ। ਆਪਣਾ ਇਲਾਕਾ ਥੋੜਾ ਹੈ ਜਿੱਥੇ ਵੀ ਯਾਨੀ ਕਿ ਵੀ ਇਕੱਠੇ ਘਰ ਹੋਣ, ਸ਼ਹਿਰਦਾਰੀ ਦਾ ਮਾਹੌਲ ਤਾਂ ਨਹੀਂ ਹੈ। ਇਹ ਤਾਂ ਪਹਾੜੀ ਏਰੀਆ ਤੇ ਜੰਗਲ ਏਰੀਆ, ਕਿਤੇ ਕਿਤੇ ਲੋਕੀ ਬੈਠੇ ਨੇ ਬਿਜਲੀ ਤੋਂ ਬਗੈਰ। ਇਹਨਾਂ ਦਾ ਪਤਾ ਨਹੀਂ ਕਿਵੇਂ ਸੈਟਅਪ ਚੱਲ ਰਿਹਾ ਕਿਵੇਂ ਨਹੀਂ। ਜੀ ਹਾਂ ਤੇ ਬਾਕੀ ਅੱਲਾਹ ਪਾਕ ਖੈਰੀਅਤ ਰੱਖੇ। ਹੁਣ ਕਿਉਂਕਿ ਰੋਜ਼ਾ ਸਵੇਰ ਅਸੀਂ ਸੈਰੀ ਕੀਤੀ ਸੀ ਉਸੇ ਬੰਦੇ ਕੋਲ ਹੀ, ਰੋਜ਼ਾ ਰੱਖਿਆ ਸੀ। ਹੁਣ ਉਹਨਾਂ ਦੇ ਕੋਲ ਭਾਈ ਜੀ ਅਸੀਂ ਇਫਤਾਰੀ, ਮਤਲਬ ਮੇਰਾ ਜ਼ੇਨ ਇਹੀ ਕਿ ਉੱਥੇ ਜਾ ਕੇ ਇਫਤਾਰੀ ਕਰਨੇ ਆ, ਕਿਉਂਕਿ ਟਾਈਮ ਤਕਰੀਬਨ ਪੂਰਾ ਹੋ ਚੱਲਾ। ਉਹਨਾਂ ਨੂੰ ਆਨੇ ਗਿਆ ਤੁਹਾਡੀ ਮਿਹਰਬਾਨੀ ਕਿ ਯਾਨੀ ਕਿ ਇਫਤਾਰੀ ਸਾਡੀ ਕਰਾਓ। ਇਫਤਾਰੀ ਤੋਂ ਮਿਹਰਬਾਨੀ ਕਿ ਉਹਨਾਂ ਨੇ ਕਿਹਾ ਸੀਗਾ ਕਿ ਵੀ ਤੁਸੀਂ ਕਿਤੇ ਨਹੀਂ ਜਾਣਾ, ਇਫਤਾਰੀ ਜਿਹੜੀ ਹੈ ਸਾਡੇ ਕੋਲ ਕਰਨੀ ਹੈ। ਹੁਣ ਤਕਰੀਬਨ 15 ਮਿੰਟ ਰਹਿੰਦੇ ਨੇ, ਆਪਾਂ ਜਾ ਕੇ ਬਹਿਨੇ ਆ ਤੇ ਉਹ ਖਾਣਾ ਸ਼ਾਨਾ ਦੇਣਗੇ ਇਨਸ਼ਾਅੱਲਾ। ਆਪਾਂ ਜਿਹੜਾ ਵੀ ਮਤਲਬ ਕਰਨਗੇ ਯਾਰ ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ, ਕਿਉਂਕਿ ਯਾਰ ਕੋਈ ਵੀ ਹੈ ਵੇ ਸਵਾਬ ਦੀ ਨੀਅਤ ਨਾਲ ਬੰਦਾ ਚਾਹੇ ਸਹੀ ਚਾਹੇ ਉਂਝ ਸਹੀ, ਅਗਲੇ ਬੰਦੇ ਕਰਦੇ ਨੇ ਗਿਆ ਜੋ ਵੀ ਉਹਨਾਂ ਦੇ ਹਸਬੇ ਤਫੀਕ ਹੈ। ਤੇ ਕਿਉਂਕਿ ਹੁਣ ਇੱਥੇ ਸਾਡੇ ਵਾਲੇ ਪਾਸੇ ਤੇ ਤਕਰੀਬਨ 6 ਵਜੇ ਕੇ ਮੇਰੇ ਅੱਜ ਦਾ ਟਾਈਮ 14-15 ਦਾ ਸੀ ਉਧਰਲੀ ਸਾਈਡ ਦਾ ਨਾ। ਹਾਂਜੀ 14 ਮਿੰਟਾਂ ਦਾ ਸੀ। ਤੇ ਇਧਰਲੀ ਸਾਈਡ ਤੇ ਤਕਰੀਬਨ 10 ਮਿੰਟ ਲੇਟ ਹੈ, ਯਾਨੀ ਕਿ ਇੱਧਰ ਜ਼ਾਰੀ ਗੱਲ ਹੈ ਅੱਗੇ ਪਿੱਛੇ ਟਾਈਮ ਹੋ ਜਾਂਦਾ। ਤੇ ਮੇਰਾ ਇਹ ਜ਼ੇਨ ਹੁਣ ਚੱਲੀਏ ਉੱਥੇ ਹੈ ਮੌਸਮ ਭਾਈ। ਹਾਂਜੀ ਚੱਲਦੇ ਆ, ਜਾ ਕੇ ਡੇਰੇ ਤੇ ਬੈਠਦੇ ਆ ਜਾ ਕੇ। ਉਹਨਾਂ ਦਾ ਬਾਕੀ ਅਗਲਾ ਸਫ਼ਰ ਫਿਰ ਬਾਅਦ ਵਿੱਚ ਵੇਖਾਂਗੇ। ਰੋਜ਼ਾ ਇਫਤਾਰ ਕਰਕੇ ਨਮਾਜ਼ ਪੜ੍ਹ ਕੇ ਫਿਰ ਅੱਲਾ ਨੂੰ ਯਾਦ ਕਰਦੇ ਆ ਇਨਸ਼ਾਅੱਲਾ। ਗੱਲ ਇਹੀ ਹੈ ਨਾ ਕਿ ਬਾਬਾ ਇੱਥੋਂ ਹੁਣ ਅਗਰ ਮੇਰੀ ਗੱਲ ਸੁਣ, ਆਪਸ ਵਿੱਚ ਖਲੋਤੇ ਆ, ਅਦੀਲ ਦੀ ਕੋਈ ਲੋਕੇਸ਼ਨ ਕੋਈ ਨਹੀਂ ਮਿਲੀ, ਕੋਈ ਗੱਲ ਨਹੀਂ, ਕੋਈ ਬਾਤ ਕੋਈ। ਤੈਨੂੰ ਕੋਈ ਕਾਲ ਕੁਲ ਆਈ ਹੋਏ ਬਹਾਦਰ ਖਾਨ ਕੋਈ ਦੀ? ਚੀਜ਼ ਨਹੀਂ, ਨੰਬਰ ਵੀ ਬਣ ਜਾ ਰਿਹਾ। ਜਿਹੜੇ ਉਹਨਾਂ ਦੇ ਨੰਬਰ ਤੇ ਬਹਾਦਰ ਖਾਨ ਦੀ ਮੈਨੂੰ ਕਾਲ ਆਈ ਸੀ ਨਾ, ਉਹ ਨੰਬਰ ਵੀ ਨਹੀਂ ਮਿਲਦਾ ਪਿਆ। ਉਹ ਨੰਬਰ ਵੀ ਮਿਲਾ ਕੇ ਥੱਕ ਗਿਆ। ਅਗਰ ਬਿਲ ਫਰਜ਼ ਅਸੀਂ ਟੁਰ ਕੇ ਜਾ ਰਹੇ ਨਾ, ਅਗਰ ਸਾਡਾ ਸਫ਼ਰ ਟੁਰਨ ਵਾਲਾ ਹੈ 100% ਉਹਨਾਂ ਬੰਦਿਆਂ ਦਾ ਸਫ਼ਰ ਵੀ ਟੁਰਨ ਵਾਲਾ ਹੋਏਗਾ। ਉਹ ਵੀ ਕਿਤੇ ਐਸੀ ਜਗ੍ਹਾ ਤੇ ਹੋਣੇ ਨੇ ਜਿੱਥੇ ਉਹਨਾਂ ਨੂੰ ਸਿਗਨਲ ਨਹੀਂ ਮਿਲ ਰਹੇ। ਅਸੀਂ ਤੇ ਰਾਤੀ ਯਾਨੀ ਕਿ ਉਹ ਬੰਦੇ ਦੇ ਕੋਲ ਸਿਗਨਲ ਆ ਰਹੇ ਸਨ। ਅੱਜ ਰੱਬ ਦੀ ਜ਼ਾਤ ਬਿਹਤਰ ਜਾਣਦੀ ਕਿਸ ਤਰ੍ਹਾਂ ਵਲੋਗ ਅਪਲੋਡ ਹੋਣਾ ਤੇ ਕਿਸ ਤਰ੍ਹਾਂ ਨਹੀਂ ਹੋਣਾ, ਕਿਉਂਕਿ ਇੱਥੇ ਵੀਵਰ ਸਿਗਨਲ ਬਿਲਕੁਲ ਖ਼ਤਮ ਨਹੀਂ, ਯਾਨੀ ਕਿ ਸਿਗਨਲ ਨਹੀਂ ਆ ਰਿਹਾ ਹੈ, ਯਾਨੀ ਕਿ ਸਾਡੀ ਗੱਲ ਵੀ ਨਹੀਂ ਕਿਸੇ ਨਾਲ ਹੋ ਸਕਦੀ। ਉਹਨਾਂ ਬੰਦਿਆਂ ਨੇ ਅੱਲਾ ਬਿਹਤਰ ਜਾਣਦਾ ਸਿਗਨਲ ਦੀ ਵਜ੍ਹਾ ਤੋਂ ਸਾਨੂੰ ਵੀਡੀਓ ਸੈਂਡ ਨਹੀਂ ਕਰ ਸਕਿਆ ਦਿਲ ਦੇ, ਜਾਂ ਕਿਸ ਤਰ੍ਹਾਂ ਨਹੀਂ ਕਰ ਸਕੇ, ਜਾਂ ਉਹ ਕਰਨਾ ਨਹੀਂ ਚਾਹੁੰਦਾ, ਜਾਂ ਵਗੈਰਾ ਦਾ ਬੱਚਾ ਕੀ ਚਾਹੁੰਦਾ। ਮੈਂ ਹੁਣ ਰੋਜ਼ ਇਹਦੇ ਨਾਲ ਕੀ ਉਹਨੂੰ ਆਖਾਂ। ਬਾਕੀ ਇਹ ਵੇ ਕਿ ਫਿਲਹਾਲ ਅਸੀਂ ਇਫਤਾਰੀ ਕਰਨੇ ਆ। ਸਾਨੂੰ ਜ਼ਲੀਲ ਕਰਨਾ ਚਾਹੁੰਦਾ ਵੀ ਇਹ ਸਮੀਉल्लाह ਤੇ ਮੋਹਸਨ ਇੱਥੇ ਪਹੁੰਚ ਆਏ ਨੇ ਸਾਡੇ ਕੋਲ। ਉਹ ਜਿਹੜੀ ਲੋਕੇਸ਼ਨ ਉਹਨਾਂ ਦੀ ਹੈ ਸੀ ਉੱਥੋਂ ਵੀ ਉਹ ਨਿਕਲ ਗਏ ਨੇ, ਸਾਈਡ ਤੇ ਹੋ ਗਏ ਨੇ। ਮੇਰਾ ਤਾਂ ਖਿਆਲ ਇਹੀ ਹੈ ਕਿ ਸਾਨੂੰ ਜ਼ਲੀਲ ਕਰਨਾ ਚਾਹ ਰਿਹਾ ਹੈ ਕਿ ਵੀ ਇਹਨਾਂ ਨੂੰ ਥੋੜਾ ਜਿਹਾ ਰੋਲਾਂ ਇੱਥੇ ਤੇ ਬਾਅਦ ਵਿੱਚ ਇਹਨਾਂ ਨੂੰ ਆਪਣੇ ਕੋਲ ਸੱਦਾਂ। ਹੁਣ ਸਭ ਤੋਂ ਪਹਿਲੇ ਇਫਤਾਰੀ ਕਰਨੇ ਆ ਕਿਉਂਕਿ ਟਾਈਮ ਹੋ ਗਿਆ ਮੇਰਾ ਅੰਦਾਜ਼ਾ। ਬਾਕੀ ਵੀ ਬਸ ਇਫਤਾਰੀ ਕਰਨ ਤੋਂ ਬਾਅਦ ਤੁਹਾਨੂੰ ਅਪਡੇਟ ਦਿੰਦੇ ਹਾਂ ਕਿ ਨੈਕਸਟ ਸਾਡਾ ਕੀ ਪਲਾਨ ਹੈ। ਉਸ ਤੋਂ ਬਾਅਦ ਦੋਵੇਂ ਮਸ਼ਵਰਾ ਕਰਾਂਗੇ, ਕਿਉਂਕਿ ਜਾਂ ਤੁਸੀਂ ਸਾਡੇ ਨਾਲ ਮਸ਼ਵਰਾ ਦੇਣ ਵਾਲੇ ਜਾਂ ਅਸੀਂ ਦੋ ਬੰਦੇ ਹਾਂ, ਜਾਂ ਤੀਸਰੀ ਰੱਬ ਦੀ ਜ਼ਾਤ ਸਾਡੀ। ਅੱਲਾਹ ਪਾਕ ਖੈਰੀਅਤ ਰੱਖੇ। ਇਫਤਾਰੀ ਤੋਂ ਬਾਅਦ ਇਨਸ਼ਾਅੱਲਾ ਅਸੀਂ ਦੁਬਾਰਾ ਯਾਨੀ ਕਿ ਆਉਂਦੇ ਹਾਂ ਗੱਲ। ਫਿਰ ਸਾਨੂੰ ਆਪਣੀ ਟੈਨਸ਼ਨ ਨਹੀਂ ਹੈ, ਅਸੀਂ ਜਿਸ ਹਾਲ ਵਿੱਚ ਵੀ ਹੈ ਵਾਂ ਮੌਸਮ ਭਾਈ, ਅਸੀਂ ਆਪਣੀ ਮਰਜ਼ੀ ਨਾਲ ਇੱਥੇ ਆਏ ਹਾਂ ਨਾ। ਬਿਲਕੁਲ ਕੀ ਖਿਆਲ ਹੈ? ਬਿਲਕੁਲ ਅਸੀਂ ਆਪਣੀ ਮਰਜ਼ੀ ਨਾਲ ਵੀਵਰ ਇੱਥੇ ਆਏ, ਸਾਨੂੰ ਕਿਸੇ ਦਾ ਕੋਈ ਪ੍ਰੈਸ਼ਰ ਕੋਈ ਨਹੀਂ, ਕਿਸੇ ਸਿਸਟਮ ਦਾ ਕੋਈ ਨਹੀਂ ਹੈ। ਬਾਕੀ ਰਹਿ ਗਈ ਅਦੀਲ ਦੀ ਗੱਲ, ਅੱਲਾ ਦੇ ਹੁਕਮ ਨਾਲ ਅਦੀਲ ਇਸ ਟਾਈਮ ਚੁਕੰਨਾ ਹੈ, ਯਾਨੀ ਕਿ ਕੋਈ ਟੈਨਸ਼ਨ ਦੀ ਗੱਲ ਕੋਈ ਨਹੀਂ ਹੈ। ਮੇਨ ਚੀਜ਼ ਅਦੀਲ ਭਾਈ ਦੀ ਸਾਨੂੰ ਟੈਨਸ਼ਨ ਕੋਈ ਨਹੀਂ ਹੈਗਾ। ਅਦੀਲ ਜਿਹੜਾ ਨਾ ਮਾਸ਼ਾਅੱਲਾ ਠੀਕ ਠਾਕ ਹੈ ਔਰ ਉਹ ਹਿੰਮਤ ਵਾਲਾ ਲੜਕਾ ਹੈ। ਸਾਨੂੰ ਪਹਿਲੇ ਟੈਨਸ਼ਨ ਹੁੰਦੀ ਸੀ ਵਸੀਮ ਦੀ, ਲੇਕਿਨ ਸ਼ੁਕਰ ਹੈ ਅੱਲਾਹ ਪਾਕ ਦਾ ਵਸੀਮ ਸਾਡੇ ਨਾਲ ਨਹੀਂ ਹੈ, ਨਾ ਹੀ ਹੋਵੇ ਤੇ ਬਿਹਤਰ ਹੈ। ਅਦੀਲ ਦੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ। ਬਾਕੀ ਬਹਾਦਰ ਖਾਨ ਤੂੰ ਸਾਡੀ ਗੱਲ ਸੁਣਦਾ ਪਿਆ, ਜਿੱਥੇ ਵੀ ਹੋਣ ਬੁਜ਼ਦਿਲੀ ਵਾਲਾ ਕੰਮ ਨਾ ਕਰ। ਅਸੀਂ ਤੇਰੇ ਇਲਾਕੇ ਦੇ ਵਿੱਚ ਪਹੁੰਚੇ ਹਾਂ, ਜਿਹੜੀ ਸ਼ਾਇਦ ਸਾਡੇ ਕੋਲ ਤੂੰ ਮੰਗਾਈ ਸੀ ਅਸੀਂ ਤੇਰੇ ਕੋਲ ਲੈ ਕੇ ਪਹੁੰਚੇ ਹੋਏ ਹਾਂ। ਤੂੰ ਸਾਨੂੰ ਕਿਉਂ ਨਹੀਂ ਟੱਕਰਦਾ ਪਿਆ? ਜਿੱਥੇ ਤੂੰ ਸਾਡੇ ਬੰਦੇ ਨੂੰ ਰੱਖਿਆ ਸੀਗਾ ਉਸ ਬੰਦੇ ਨੂੰ ਵੀ ਤੂੰ ਲੈ ਕੇ ਨਿਕਲ ਗਿਆ, ਆਪ ਵੀ ਨਹੀਂ ਮਿਲ ਰਿਹਾ। ਔਰ ਪਹਿਲੇ ਤੂੰ ਸਾਡੇ ਨਾਲ ਫੋਨ ਤੇ ਹਰ ਅੱਧੇ ਘੰਟੇ ਬਾਅਦ ਸਾਡੇ ਨਾਲ ਰਾਬਤੇ ਸੀਗਾ। ਹੁਣ ਤੇਰੇ ਨੰਬਰ ਨਹੀਂ ਮਿਲਦੇ ਪਏ, ਨੰਬਰ ਵੀ ਬੰਦ ਨੇ, ਜਾਂ ਤੂੰ ਜਾਣ ਕੇ ਬੰਦ ਕੀਤੇ ਹੋਏ ਨੇ, ਜਾਂ ਸਰਵਿਸ ਨਹੀਂ ਹੈਗੀ, ਖੁਦਾ ਬਿਹਤਰ ਜਾਣਦਾ ਆ। ਲੇਕਿਨ ਤੂੰ ਬੁਜ਼ਦਿਲੀ ਵਾਲਾ ਕੰਮ ਨਾ ਕਰ, ਸਾਡੇ ਨਾਲ ਰਾਬਤਾ ਕਰ। ਜਿਹੜੀ ਖੁੱਡ 'ਚ ਵੀ ਲੁਕਿਆ ਹੋਇਆ ਅਸੀਂ ਤੇਰੇ ਕੋਲ ਆਏ ਹੋਏ ਆ। ਇਹ ਮੌਸਮ ਭਾਈ ਤੁਹਾਡੀ ਮੈਂ ਗੱਲ ਟੋਕ ਰਿਹਾ ਵਾਂ, ਬਹਾਦਰ ਖਾਨ ਦਾ ਪਿਓ ਵੀ ਰਾਬਤਾ ਕਰੇਗਾ। ਜਿਹੜੀ ਚੀਜ਼ ਜਿੱਥੋਂ ਤੱਕ ਮੈਨੂੰ ਉਮੀਦ ਹੈ ਨਾ, ਅਗਰ ਸਾਨੂੰ ਪਤਾ ਹੈ ਕਿ ਯਾਰ ਮੌਸਮ ਦੇ ਬੈਗ ਦੇ ਵਿੱਚ ਕੋਈ ਐਡਾ ਕੀਮਤੀ ਸਮਾਨ ਹੈ ਵੇ, ਤੇ ਮੈਂ ਇਸ ਸਮਾਨ ਨੂੰ ਮਤਲਬ ਕਰਨ ਵਾਸਤੇ ਮੈਂ ਕਿਸੇ ਹੱਦ ਤੱਕ ਵੀ ਜਾ ਸਕਦਾ। ਬਿਲਕੁਲ ਉਹਨੇ ਸਾਡਾ ਬੰਦਾ ਫੜਿਆ, ਉਹ ਜਾਨੀ ਕਿ ਕਰਨ ਡਿਆ ਜੋ ਵੀ ਕਰਨ ਡਿਆ, ਉਹ ਜ਼ਾਹਰੀ ਗੱਲ ਹੈ ਉਸ ਜਗ੍ਹਾ ਤੇ ਕੋਈ ਨਾ ਕੋਈ ਐਸੀ ਸ਼ੈ ਹੈ ਵੇ ਜਿਹੜੀ ਜਾਂ ਨਕਸ਼ੇ ਦੇ ਸਿਰ ਤੇ ਸੀ, ਜਾਂ ਸਾਨੂੰ ਨਕਸ਼ਾ ਕਿਉਂ ਲੱਭਾ ਹੈ, ਜਾਂ ਸਾਨੂੰ ਕਾਡੂ ਕਿਉਂ ਮਿਲਿਆ,
ਇਹ ਮੇਰੇ ਜ਼ਿਹਨ ਤੋਂ ਮਤਲਬ ਬਾਹਰ ਗੱਲਾਂ ਨੇ, ਯਾਨੀ ਕਿ ਜਦੋਂ ਦਾ ਤੱਕ ਉਹ ਬੰਦੇ ਨੇ ਸਾਡੇ ਨਾਲ 2 ਨੰਬਰੀ ਕੀਤੀ ਨਾ, ਮੇਰਾ ਇਹ ਗੱਲਾਂ ਤੋਂ ਜ਼ਿਹਨ ਤੋਂ ਮਤਲਬ ਜਿਹੜਾ ਗੱਲਾਂ ਤੋਂ ਨਾ ਦਿਮਾਗ ਉੱਠ ਗਿਆ ਕਿ ਸਾਨੂੰ ਕੋਡੂ ਕਿਵੇਂ ਮਿਲਿਆ, ਉਹ ਨਕਸ਼ਾ ਕਿਵੇਂ ਲੱਭਾ। ਇਹ ਭੈਣ ਜੋ ਪਹਿਲੇ ਕੋਡੂ ਨੂੰ ਨਕਸ਼ਾ ਕਿਉਂ ਨਹੀਂ ਲੱਭਾ ਹੈ, ਅਗਰ ਬਹਾਦਰ ਖਾਨ ਨੂੰ ਇਹ ਨਕਸ਼ਾ ਹੀ ਚਾਹੀਦਾ ਸੀ। ਠੀਕ ਹੈ, ਇਹ ਵੀ ਗੱਲ ਸੋਚਣ ਵਾਲੀ ਹੈ ਨਾ, ਪਹਿਲੇ ਉਹਨੂੰ ਕਿਉਂ ਨਹੀਂ ਨਕਸ਼ਾ ਲੱਭਿਆ ਸੀ, ਹੈ ਵੀ ਉਸੇ ਕੋਠੀ ਦੇ ਵਿੱਚ ਸੀਗਾ ਔਰ ਉਹ ਗੱਠੜੀ ਦੇ ਵਿੱਚੋਂ ਆਪਾਂ ਨੂੰ ਲੱਭਿਆ ਆ। ਤੂੰ ਵੇਖਿਆ ਹੀ ਹੋਣਾ ਗੰਢ ਬੰਨੀ ਹੋਈ ਸੀ ਦੁਪੱਟੇ ਦੇ ਨਾਲ। ਖੁਦਾ ਦੀ ਜ਼ਾਤ ਬਿਹਤਰ ਜਾਣਦੀ ਏ, ਇਹ ਵੀ ਬਸ ਉੱਥੇ ਮਤਲਬ ਜਗ੍ਹਾ ਤੇ ਜਾ ਕੇ ਹੀ ਪਤਾ ਚੱਲਣਾ ਹੈ ਉਸ ਚੀਜ਼ ਦੇ ਵਿੱਚ ਮਤਲਬ ਜਗ੍ਹਾ 'ਚ ਕਿਹੜੀ ਸ਼ੈ ਹੈ। ਠੀਕ ਹੈ, ਤਕਰੀਬਨ ਸਾਡਾ ਅੱਜ ਦਾ ਸਫ਼ਰ ਅਗਰ ਅਸੀਂ ਰਾਤ ਸਫ਼ਰ ਨਹੀਂ ਕਰਦੇ ਤੇ ਕੱਲ ਦਿਨ ਦਾ ਸਫ਼ਰ ਜਿਹੜਾ ਸਾਡੀ ਉਸ ਜਗ੍ਹਾ ਤੱਕ ਤਕਰੀਬਨ ਮੇਰੇ ਅੰਦਾਜ਼ਾ ਪਹੁੰਚ ਜਾਣਾ ਸੀ। ਮੇਰਾ ਜ਼ਿਹਨ ਇੱਥੇ ਦਾ ਕੰਮ ਕਰਦਾ ਕਿ ਉਹ ਨਾ ਦਿਲ ਨੂੰ ਲੈ ਕੇ ਉਸ ਜਗ੍ਹਾ ਤੇ ਨਿਕਲੇ ਹੋਏ ਨੇ, ਜਿਹੜਾ ਉਹਨਾਂ ਦੀ ਸਰਵਿਸ ਨਹੀਂ ਆ ਰਹੀ ਜਾਂ ਉਹਨਾਂ ਦੀ ਕੋਈ ਕਾਲ ਨਹੀਂ ਆ ਰਹੀ, ਕੋਈ ਲੋਕੇਸ਼ਨ ਵੀ ਸਾਨੂੰ ਨਹੀਂ ਦਿੱਤੀ ਹੈਗੀ, ਕੋਈ ਅਦੀਲ ਨਾਲ ਨਾ ਕੋਈ ਮਸਲਾ ਬਣ ਗਿਆ ਹੋਵੇ। ਰਾਤੀ ਵੀ ਨਾ ਇਹੀ ਵੀਵਰਸ ਨਾਲ ਗੱਲ ਕਰਨ ਐਸਾ ਕਿ ਜਿਸ ਟਾਈਮ ਤੱਕ ਮੇਰੇ ਕੋਲੋਂ ਸਮਾਨ ਨਹੀਂ ਨਾ, ਸਾਡੇ ਕੋਲ ਸਮਾਨ ਨਹੀਂ ਹੁੰਦਾ ਹੈ, ਉਨੀ ਦੇਰ ਤੱਕ ਅਸੀਂ ਕਮਜ਼ੋਰ ਹਾਂ। ਬਿਲਕੁਲ ਦੁਆ ਇਹ ਵੇ ਕਿ ਉਸ ਚੀਜ਼ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਸਾਨੂੰ ਕੋਈ ਐਸੀ ਸਮਾਨ ਲੱਭ ਜੇ ਜਿਹਦੇ ਵਿੱਚ ਉਹ ਸਮਝ ਲਾ ਬਹਾਦਰ ਖਾਨ ਦੀ ਜਾਨ ਹੈ, ਕਿਉਂਕਿ ਅੱਜ ਕੱਲ ਹਰ ਬੰਦਾ ਪੈਸੇ ਨੂੰ ਸਲਾਮ ਹੈ, ਪੈਸੇ ਤੋਂ ਬਗੈਰ ਬੰਦਾ ਕਿਸੇ ਨਾਲ ਕੋਈ ਸਲਾਮ ਨਹੀਂ ਲੈਂਦਾ। ਬਿਲਕੁਲ, ਅਗਰ ਉਹ ਐਸੀ ਕੀਮਤੀ ਸ਼ੈ ਹੈ ਵੇ ਜਿਹੜਾ ਬਹਾਦਰ ਖਾਨ ਤੂੰ ਆਖਿਆ ਨਾ ਵੀ ਬਹਾਦਰ ਖਾਨ ਮੌਸਮ ਦੇ ਪੈਰ ਚੁੰਮ, ਉਹ ਪੈਸੇ ਦੇ ਵਜੋਂ ਚੁੰਮੇਗਾ, ਇਹ ਗਲਤ ਗੱਲ ਹੈ। ਨਹੀਂ ਚੁੰਮੇਗਾ ਉਹ, ਠੀਕ ਹੈ, ਕਿਉਂਕਿ ਉਸ ਬੰਦੇ ਨੂੰ ਪੈਸਾ ਚਾਹੀਦਾ। ਅਸੀਂ ਨਿਕਲੇ ਆ ਆਪਣੇ ਬੰਦੇ ਵਾਸਤੇ, ਆਪਣੀ ਜ਼ਰੂਰਤ ਵਾਸਤੇ, ਅਸੀਂ ਪੈਸੇ ਵਾਸਤੇ ਨਿਕਲੇ ਆ। ਪੈਸਾ ਕਮਾਉਣ ਦੀ ਕੋਈ ਭੁੱਖ ਹੀ ਨਹੀਂ ਹੈ, ਅਸੀਂ ਪੈਸੇ ਦੀ ਕੋਈ ਭੁੱਖ ਹੀ ਨਹੀਂ ਹੈ, ਪੈਸਾ ਹੱਥ ਦੀ ਮੈਲ ਹੈ, ਆਉਣ ਜਾਣ ਲਈ ਹੈ। ਅਸੀਂ ਆਪਣੇ ਦੋਸਤ ਦੇ ਪਿੱਛੇ ਨਿਕਲੇ ਹੋਏ ਆ ਔਰ ਇਨਸ਼ਾਅੱਲਾ ਅਸੀਂ ਆਪਣੇ ਦੋਸਤ ਨੂੰ ਅੱਜ ਨਹੀਂ 2 ਦਿਨਾਂ ਨੂੰ ਨਹੀਂ 3 ਦਿਨਾਂ ਨੂੰ ਅਸੀਂ ਉਹਦੇ ਕੋਲ ਪਹੁੰਚ ਜਾਵਾਂਗੇ। ਕਿੰਨੀ ਕੁ ਦੇਰ ਸਾਡੇ ਕੋਲੋਂ ਲੁਕਦਾ ਰਹੇਗਾ ਬਹਾਦਰ ਖਾਨ, ਕਿੰਨੀ ਕੁ ਦੇਰ ਸਾਡੇ ਕੋਲੋਂ ਸਾਈਡ ਤੇ ਰੱਖੇਗਾ ਦਿਲ ਭਾਈ ਨੂੰ। ਹਾਂ, ਬਾਕੀ ਅੱਲਾ ਖੈਰੀਅਤ ਰੱਖੇ ਵੀ, ਅੱਲਾ ਪਾ ਖੈਰ ਰੱਖੇ, ਸਾਨੂੰ ਇਸ ਚੀਜ਼ ਦਾ ਵੀ ਕੋਈ ਗਮ ਕਿਉਂ ਨਹੀਂ, ਕਿਉਂਕਿ ਜਦੋਂ ਬੰਦਾ ਕਿਸੇ ਮਤਲਬ ਯਾਨੀ ਕਿ ਇਸ ਤਰ੍ਹਾਂ ਜਾਂਦਾ ਹੈ ਕਿ ਜਿੱਥੇ ਉਹਨੂੰ ਜ਼ਬਰਦਸਤੀ ਭੇਜਿਆ ਜਾਂਦਾ ਉਹਦੇ ਵਾਸਤੇ ਮਸਲਾ ਹੁੰਦਾ, ਲੇਕਿਨ ਅਸੀਂ ਆਪਣੀ ਖੁਦ ਮਰਜ਼ੀ ਨਾਲ ਨਿਕਲੇ ਹਾਂ, ਸਾਨੂੰ ਕਿਸੇ ਦਾ ਕੋਈ ਦਬਾਅ ਵਾਲੀ ਗੱਲ ਕੋਈ ਨਹੀਂ ਹੈ। ਬਾਕੀ ਰਹਿ ਗਈ ਗੱਲ ਬਹਾਦਰ ਖਾਨ ਦੀ, ਔਰ ਮੈਂ ਮੋਹਸਿਨ ਇਹ ਕੋਸ਼ਿਸ਼ ਕਰ ਰਿਹਾ ਤੈਨੂੰ ਤਾਂ ਬਾਰ-ਬਾਰ ਆਉਣਾ ਕਿ ਹੁਣ ਤੂੰ ਕਹਿ ਰਿਹਾ ਸੀ ਨਹੀਂ ਯਾਰ ਅਸੀਂ ਰਾਤ ਇੱਥੇ ਰਹਿਣੀ, ਮੈਂ ਤੈਨੂੰ ਬਾਰ-ਬਾਰ ਇਸ ਬਾਰੇ ਕਹਿ ਰਿਹਾ ਕਿ ਰਾਤ ਦਾ ਸਫ਼ਰ ਕਰਨਾ ਮੁਸ਼ਕਲ ਹੈ ਵੇ, ਨੁਕਸਾਨ ਵੀ ਹੈ ਵੇ, ਮੈਂ ਇਸ ਚੀਜ਼ ਨੂੰ ਸਮਝਦਾ ਵਾ, ਲੇਕਿਨ ਇਹ ਮੇਰੀ ਜਿੱਦ ਤੱਕ ਕੋਸ਼ਿਸ਼ ਹੈ ਕਿ ਯਾਰ ਅਗਰ ਉਹਦੀ ਲੋਕੇਸ਼ਨ ਮਿਲ ਜਾਵੇ ਕਿ ਯਾਰ ਮੈਂ ਪਿਛਲੇ ਸਟਾਪ ਤੇ ਹਾਂ, ਠੀਕ ਹੈ, ਤਾਂ ਉਹ ਬੰਦਾ ਗੱਲ ਕਰ ਸਕਦਾ। ਲੇਕਿਨ ਜਿੰਨੀ ਦੇਰ ਤੱਕ ਕੋਈ ਲੋਕੇਸ਼ਨ ਹੀ ਨਾ ਹੈ, ਮੈਂ ਨਾ ਸਭ ਤੋਂ ਪਹਿਲੇ ਉਸ ਸਮਾਨ ਤੱਕ ਅਸੀਂ ਪਹੁੰਚੀਏ। ਮੈਂ ਤੁਹਾਨੂੰ ਇਸ ਕਰਕੇ ਰੋਕਦਾ ਕਿ ਵੀ ਰਾਤ ਦਾ ਸਫ਼ਰ ਸਾਡੇ ਇੱਕ ਤੇ ਸਾਡੇ ਕੋਲ ਟਾਰਚ ਕੋਈ ਨਹੀਂ, ਕਿਉਂਕਿ ਉਹ ਰਸਤਾ ਵਗੈਰਾ ਕੋਈ ਨਹੀਂ, ਪੈਦਲ ਸਫ਼ਰ ਹੈ ਸਾਰਾ। ਉਸ ਤੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਹੈ, ਰਾਤ ਨੂੰ ਹਨੇਰ ਘੁੱਪ ਹੁੰਦਾ ਹੈ, ਤੈਨੂੰ ਪਤਾ ਹੈ। ਦਿਨੇ ਇਹ ਆ ਨਾ ਕਿ ਵੀ ਕੋਈ ਬੰਦਾ ਰਾਹਗੀਰ ਆਂਦਾ ਜਾਂਦਾ ਪੁੱਛ ਤੇ ਲੈਂਦਾ ਕਿਸੇ ਦੇ ਕੋਲੋਂ ਵੀ ਇਹ ਏਰੀਆ ਕਿੱਥੇ ਹੈ ਕਿੱਥੇ ਨਹੀਂ। ਅੱਛਾ, ਬਾਕੀ ਵੀਵਰਸ ਕੱਲ ਉਸ ਬੰਦੇ ਨੇ ਮੈਨੂੰ ਜਿਵੇਂ ਦੱਸਿਆ ਕਿ ਉਹ ਸਾਨੂੰ ਡਰਾਈਵਰ ਹੀ ਦੱਸਿਆ ਕਿ ਟਿੱਬਾ ਕਸਰਾਣੀ ਜਿਹੜਾ ਨਾ ਐਵੇਂ ਨਾਂ ਸਟਾਫ ਦਾ, ਵਿੱਚ ਵੀਵਰ ਕਮੈਂਟ ਕਰ ਰਹੇ ਸਨ ਕਿ ਯਾਰ ਉਹ ਸੁਨਾਵੇਂ ਸ਼ਹਿਰ ਦੇ ਕੋਲ, ਉਹ ਆਪਣੇ ਪੰਜਾਬ 'ਚ ਵੀ ਹੈ ਵੇ ਜੀ। ਸੁਨਾਵੇਂ ਸ਼ਹਿਰ ਦੇ ਕੋਲ ਟਿੱਬਾ ਕਸਰਾਣੀ ਤੁਸੀਂ ਜਾਣਦੇ ਹੀ ਹੋ। ਟਿੱਬਾ ਕਸਰਾਣੀ ਸੁਨਾਵੇਂ ਸ਼ਹਿਰ ਦੇ ਕੋਲ ਨਹੀਂ, ਇੱਧਰ ਹੈ ਕੀ ਨਾਮ ਹੈ, ਤੋਂਸੇ ਵਾਲੀ ਸਾਈਡ ਤੇ ਟਿੱਬਾ ਕਸਰਾਣੀ, ਠੀਕ ਹੈ। ਅਸੀਂ ਵੀਵਰ ਲੇਕਿਨ ਇੱਥੇ ਵੀ ਸਾਨੂੰ ਜਿਵੇਂ ਹੁਣ ਸਾਡੇ ਪਿਓ ਨੇ ਤਾਂ ਨਾਂ ਰੱਖਿਆ ਕੋਈ ਨਹੀਂ, ਕੀ ਖਿਆਲ ਹੈ ਸਾਡੇ ਘਰ ਦਾ ਤੇ ਸ਼ਹਿਰ ਹੈ ਕੋਈ ਨਹੀਂ ਕਿ ਜਿਹੜਾ ਸਾਨੂੰ ਅਸੀਂ ਆਹ ਗਲਤ ਨਾਂ ਲੈ ਰਹੇ ਹਾਂ, ਅਗਰ ਸਾਨੂੰ ਪਤਾ ਹੀ ਹੋਏ ਕਿ ਅਸੀਂ ਨਾਂ ਗਲਤ ਲੈ ਰਹੇ ਹਾਂ ਸਹੀ ਲੈ ਰਹੇ ਹਾਂ ਤੇ ਅਸੀਂ ਲਈਏ ਹੀ ਨਾ। ਲੇਕਿਨ ਇਹ ਵੇ ਕਿ ਉਹ ਬੰਦੇ ਸਾਨੂੰ ਦੱਸਿਆ ਕਿ ਗਾਈਡ ਕੀਤਾ ਕਿ ਯਾਰ ਇਹ ਫਲਾਣਾ ਤੁਸੀਂ ਸਟਾਪ ਪੁੱਛਣਾ, ਅਸੀਂ ਉਸ ਹਿਸਾਬ ਨਾਲ ਵੀਡੀਓ 'ਚ ਪੁੱਛਿਆ, ਕਈ ਬੰਦੇ ਪੁੱਛ ਰਹੇ हैं, ਬਾਕੀ ਕੋਈ ਮਸਲਾ ਕੋਈ ਨਹੀਂ ਹੈ, ਅੱਲਾਹ ਪਾਕ ਖੈਰੀਅਤ ਰੱਖੇ। ਤੇ ਫਿਰ ਅੱਜ ਦਾ ਪਲਾਨਿੰਗ ਇਹੀ ਹੈ ਕਿ ਅਸੀਂ ਰਾਤ ਫਿਰ ਇੱਥੇ ਰਹੀਏ, ਕੀ ਖਿਆਲ ਹੈ ਜੀ? ਰਾਤ ਇੱਥੇ ਰਹਿੰਦੇ ਆ ਆਪਾਂ, ਇਹ ਅਫਤਾਰੀ ਇਨਸ਼ਾਅੱਲਾ ਆਪਾਂ ਕਰ ਲਈਏ ਅੱਲਾਹ ਦੇ ਹੁਕਮ ਨਾਲ, ਫਿਰ ਬਾਅਦ 'ਚ ਇੱਥੇ ਨਮਾਜ਼ ਪੜਾਂਗੇ ਇਸ਼ਾ ਦੀ। ਉਸ ਤੋਂ ਬਾਅਦ ਉਹ ਤੇ ਹੁਣ ਵੀ ਕਹਿ ਰਹੇ ਤੁਸੀਂ ਨਾ ਸਾਡੇ ਕੋਲ ਹੀ ਰਹੋ, ਆਪਾਂ ਇੱਥੇ ਹੀ ਟਿਕਦੇ ਆ, ਥਕਾਵਟ ਵੀ ਹੋਈ ਹੈ ਕਾਫੀ ਜ਼ਿਆਦਾ। ਉਸ ਤੋਂ ਬਾਅਦ ਸੁਬਹ ਸਹਿਰੀ ਕਰਕੇ ਨਾ ਨਮਾਜ਼ ਪੜ੍ਹਦੇ ਆ ਸਾਰੀ, ਆਪਾਂ ਆਪਣਾ ਸਫ਼ਰ ਅਗਲਾ ਰਵਾਨਾ ਕਰ ਲਾਂਗੇ ਜੀ ਵੀਵਰਸ। ਬਾਕੀ ਇਨਸ਼ਾਅੱਲਾ ਕੱਲ ਦੀ ਜਿਹੜੀ ਅਪਡੇਟ ਹੋਏਗੀ, ਕੱਲ ਦੀ ਜਿਹੜੀ ਸਾਡੀ ਜਗ੍ਹਾ ਹੋਏਗੀ, ਇਨਸ਼ਾਅੱਲਾ ਉਮੀਦ ਕਾਫੀ ਕਿ ਅਸੀਂ ਉਸ ਲੋਕੇਸ਼ਨ ਤੱਕ ਪਹੁੰਚ ਜਾਵਾਂਗੇ ਕਿ ਜਿੱਥੋਂ ਤੱਕ ਸਾਨੂੰ ਉਸ ਬੰਦੇ ਦੇ ਯਾਨੀ ਕਿ ਮਤਲਬ ਸਮਾਨ ਰੱਖਿਆ ਮਿਲਣਾ, ਜਾਂ ਉਹ ਬੰਦੇ ਦੇ ਸਾਨੂੰ ਕੀ ਉਹਨਾਂ ਆਖੀਦਾ ਬੰਦੇ ਯਾਨੀ ਕਿ ਘਰ ਵਾਲੇ ਮਿਲਨੇ ਨੇ, ਇਹ ਉੱਥੇ ਜਾ ਕੇ ਹੀ ਪਤਾ ਚੱਲੇਗਾ ਸਾਡੇ ਨਾਲ ਕੀ ਹੁੰਦਾ ਹੈ, ਜਾਂ ਉਹ ਬੰਦੇ ਪਹਿਲੇ ਪਹੁੰਚਦੇ ਨੇ ਜਾਂ ਅਸੀਂ ਪਹਿਲੇ ਪਹੁੰਚਦੇ ਹਾਂ। ਫਿਲਹਾਲ ਇਸ ਚੀਜ਼ ਦਾ ਅਸੀਂ ਕੁਛ ਨਹੀਂ ਕਰ ਸਕਦੇ, ਕਿਉਂਕਿ ਸਾਡਾ ਜਲਦ ਤੋਂ ਜਲਦ ਜਾਣ ਦਾ ਮਕਸਦ ਇਹੀ ਕਿ ਅਸੀਂ ਸਮਾਨ ਆਪਣੇ ਹੱਥ ਅੰਦਰ ਕਰੀਏ, ਔਰ ਜਦੋਂ ਸਮਾਨ ਸਾਡੇ ਹੱਥ ਅੰਦਰ ਹੋ ਜਾਣਾ ਉਸ ਤੋਂ ਬਾਅਦ ਸਾਡਾ ਪਲੜਾ ਭਾਰੀ ਹੋ ਜਾਣਾ। ਅਸੀਂ ਉਸ ਤੋਂ ਬਾਅਦ ਉਹ ਬਹਾਦਰ ਖਾਨ ਨੂੰ ਜਿਸ ਤਰ੍ਹਾਂ ਆਖਾਂਗੇ ਉਸ ਤਰ੍ਹਾਂ ਮੰਨੇਗਾ, ਕਿਉਂਕਿ ਉਹਨੂੰ ਰੋਕਣਾ ਚਾਹੀਦਾ, ਸਾਨੂੰ ਆਪਣਾ ਬੰਦਾ ਚਾਹੀਦਾ। ਬਿਲਕੁਲ ਜੀ, ਕੀ ਖਿਆਲ ਹੈ? ਬਿਲਕੁਲ, ਬਹਾਦਰ ਖਾਨ ਨੂੰ ਤੇ ਲਾਲਚ ਹੈ ਪੈਸੇ ਦੀ, ਜਾਂ ਕੋਈ ਜ਼ੇਵਰ ਹੈ ਜਾਂ ਕੋਈ ਪੈਸਾ ਹੈ, ਜਿਹੜੀ ਸ਼ਾਇਦ ਬਨਾਮ ਹੀ ਹੈ, ਖਜ਼ਾਨਾ ਹੈ। ਸਾਨੂੰ ਗਰਜ਼ ਹੈ ਸਾਡੇ ਦੋਸਤ ਨਾਲ, ਅਦੀਲ ਭਾਈ ਨਾਲ,
ਅਸੀਂ ਅਦਿਲ ਭਾਈ ਨੂੰ ਜਿਹੜਾ ਨਾ ਪੈਸੇ ਦੀ ਖਾਤਰ ਹੀ ਹੈ ਉਹ ਅਸੀਂ ਨਹੀਂ ਛੋੜ ਸਕਦੇ, ਨਹੀਂ, ਕਿਉਂਕਿ ਨਹੀਂ, ਪੈਸਾ ਉਹ- ਹੱਥ ਦੀ ਮੈਲ ਹੈ, ਪੈਸਾ ਆਣ ਜਾਣ ਦੀ ਸ਼ੈ ਹੈ। ਭਾਈ- ਅਸੀਂ ਮੁਖਲਸ ਯਾਰ ਆ ਔਰ ਮੁਖਲਸ ਹੋ ਕੇ ਤੁਰੇ ਹੋਏ ਆ ਨਾਲ। ਭਾਈ ਜਾਨ ਔਰੇ ਚ ਬੱਲਾ ਬਿੱਲਾ ਜਿਹੜੀ ਸ਼ੈ ਵੀ ਹੋਏ ਵੀ ਬਰਸ ਇਸ ਗੱਲ ਨੂੰ ਤੁਸੀਂ ਸੁਣ ਰਹੇ ਹੋ, ਜਿਹੜੀ ਸ਼ੈ ਵੀ ਹੋਏ ਨਾ ਅਸੀਂ ਆਪਣਾ ਜ਼ਮੀਰ ਗਲਤ ਨਹੀਂ ਕਰਨਾ ਹੈ, ਬਿਲਕੁਲ ਜ਼ਮੀਰ ਨੂੰ ਚੋਟ ਨਹੀਂ ਪਹੁੰਚਾਣੀ। ਦੇਖੋ ਜਿਸ ਹਾਲ 'ਚ ਵੀ ਅਸੀਂ ਆਵਾਂ ਨਾ, ਸ਼ੁਕਰ ਹੈ ਅੱਲਾਹ ਪਾਕ ਦੀ ਜ਼ਾਤ ਰੱਖਣ ਵਾਲੀ ਹਰ ਬੰਦੇ ਨੂੰ ਆਪਣੇ ਹਿਸਾਬ ਦੇ ਵਿੱਚ, ਠੀਕ ਹੈ। ਸਾਨੂੰ ਕੋਈ ਪੈਸਾ ਨਹੀਂ ਚਾਹੀਦਾ, ਠੀਕ ਹੈ, ਕੋਈ ਜਾਇਦਾਦ ਨਹੀਂ ਚਾਹੀਦੀ। ਅਸੀਂ ਜਿਸ ਕੰਮ ਵਾਸਤੇ ਨਿਕਲੇ ਅਸੀਂ ਨਿਕਲੇ ਆਦਲ ਪਿੱਛੇ। ਆ ਰਸਤੇ 'ਚ ਅਗਰ ਸਾਡਾ ਕੋਈ ਮਸਲਾ ਬਣਿਆ ਇਸ ਵਿੱਚ ਟੈਨਸ਼ਨ ਕੋਈ ਨਹੀਂ, ਆਦਲ ਨਾਲ ਵੀ ਮੇਰਾ ਰਾਬਤਾ ਸੁਬਾ ਹੋਇਆ, ਉਹਨੇ ਕਿ ਯਾਰ ਤੁਸੀਂ ਬੇਫਿਕਰ ਹੋ ਜਾਓ, ਅਸੀਂ ਜਿਹੜੇ ਹਾਲ ਦੇ 'ਚ ਐਵੇਂ ਲੇਕਿਨ ਇਹਦਾ ਤੁਹਾਡੀ ਵੀਡੀਓ ਮੈਂ ਵੇਖੀ, ਤੁਸੀਂ ਆ ਬੜੀ ਮੁਸ਼ਕਿਲ 'ਚ ਤੁਸੀਂ ਆਪਣਾ ਜਿਹੜਾ ਨਾ ਜਿਸ ਤਰ੍ਹਾਂ ਮਸਲਾ ਹੱਲ ਹੁੰਦਾ ਨਾ ਉਹ ਕਰੋ। ਉਸ ਤੋਂ ਬਾਅਦ ਅੱਲਾ ਕਰੇ ਮੇਰਾ ਇਧਰ ਮਸਲਾ ਹੱਲ ਹੋ ਜਾਣਾ, ਮੈਂ ਵਾਪਸੀ ਮਤਲਬ ਆ ਜਾਵਾਂਗਾ, ਜਾਂ ਨਾ ਆਇਆ ਤੇ ਤੁਸੀਂ ਮੈਨੂੰ ਇੱਥੇ, ਮੈਂ ਵੀ ਇਸੇ ਇਲਾਕੇ 'ਚ ਜਿੱਥੇ ਤੁਸੀਂ ਮੈਨੂੰ ਆਣ ਕੇ ਤੁਸੀਂ ਮਿਲ ਲਿਓ, ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦਾਂਗਾ। ਜੀ ਮੈਂ ਇਹਨੂੰ ਇਹ ਕੋਈ ਨਹੀਂ ਕਿਹਾ, ਮੈਂ ਕਿਉਂਕਿ ਇਸ ਟਾਈਮ ਵੀਵਰਸ ਮਤਲਬ ਆਦਲ ਤੇ ਹੈ ਹੀ ਹੈ ਵੇ, ਕਿਉਂਕਿ ਜਿਹੜਾ ਬੰਦਾ ਅਸੀਂ ਨਾਲ ਲੈ ਕੇ ਅਗਰ ਉਹ ਸਾਡੇ ਨਾਲ ਨਹੀਂ ਹੈ ਤੇ ਅਸੀਂ ਆਦਲ ਕੋਲ ਕੀ ਲੈ ਕੇ ਜਾ ਮਤਲਬ ਕੀ ਲੈਣ ਜਾਣਾ। ਬਿਲਕੁਲ ਜੀ, ਪਹਿਲੀ ਗੱਲ ਤੇ ਕਿ ਵੀ ਅਸੀਂ ਅਦਿਲ ਭਾਈ ਨੂੰ ਆਪਣੇ ਨਾਲ ਇਕੱਠਿਆਂ ਕਰੀਏ, ਜਿਵੇਂ ਘਰੋਂ ਤੁਰੇ ਅਦਿਲ ਭਾਈ ਨੂੰ ਨਾਲ ਲੈ ਕੇ, ਇੱਥੇ ਵੀ ਅਦਿਲ ਨੂੰ ਇਨਸ਼ਾਅੱਲਾ ਅਸੀਂ ਅੱਲਾ ਦੇ ਹੁਕਮ ਦੇ ਨਾਲ ਇਕੱਠਿਆਂ ਕਰਾਂਗੇ। ਹਾਂਜੀ ਬਾਕੀ ਅਗਲਾ ਸਫ਼ਰ ਫਿਰ ਜਿਹੜੀ ਰਹੀ ਜ਼ਿੰਦਗੀ ਆਦਲ ਭਾਈ ਕੋਲ ਜਾਣਾ, ਜਿੱਥੇ ਜਾਣਾ ਹੈ ਉਹ ਬਾਅਦ ਦੀ ਗੱਲ ਹੈ। ਸਭ ਤੋਂ ਜੀ, ਪਹਿਲੇ ਵੀਵਰ- ਮੇਰਾ ਮਕਸਦ ਇਹ ਕਿ ਵੀ ਅਦਿਲ ਭਾਈ। ਹਾਂਜੀ ਵੀਵਰਸ, ਬਾਕੀ ਇਨਸ਼ਾਅੱਲਾ ਕੱਲ ਦੀ ਸਾਡੀ ਡੇਟ ਇਹੀ ਹੈ ਕਿ ਅਸੀਂ ਜਲਦ ਤੋਂ ਜਲਦ ਅਸੀਂ ਆਪਣੀ ਲੋਕੇਸ਼ਨ ਤੇ ਪਹੁੰਚਾਂਗੇ ਜਿੱਥੇ ਸਾਨੂੰ ਉਹ ਨਕਸ਼ਾ ਲੈ ਕੇ ਜਾਏਗਾ, ਔਰ ਉਸ ਤੋਂ ਬਾਅਦ ਜਿਹੜਾ ਸਾਨੂੰ ਉੱਥੇ ਸਮਾਨ ਲੱਭੇਗਾ ਜਿਸ ਤਰ੍ਹਾਂ ਵੀ ਹੋਏਗਾ ਉਹ ਬਾਅਦ ਵਿੱਚ ਵੇਖਾਂਗੇ। ਤੁਸੀਂ ਸਾਡੇ ਨਾਲ ਰਹਿਣਾ ਇਨਸ਼ਾਅੱਲਾ। ਨੈਕਸਟ ਵਲੋਗ ਦੇ ਵਿੱਚ ਅਸੀਂ ਉਸ ਲੋਕੇਸ਼ਨ ਤੱਕ ਪਹੁੰਚ ਜਾਵਾਂਗੇ ਜਿੱਥੋਂ ਸਾਨੂੰ ਸਮਾਨ ਮਿਲਣਾ ਹੈ। ਤੇ ਬਾਕੀ ਅੱਲਾ ਖੈਰੀਅਤ ਰੱਖੇ, ਇਨਸ਼ਾਅੱਲਾ ਮੁਲਾਕਾਤ ਹੋਏਗੀ ਨੈਕਸਟ ਵਲੋਗ 'ਚ। ਅੱਲਾ ਹਾਫਿਜ਼।